तेग बहादुर सिमरिए करना नित आवे ताए। तेग बहादुर सिमरिए करना नित आवे ताए। सतनाम ਧੰਨ ਵਾਹਿਗੁਰੂ ਜੀ। ਰੋਗਨ ਤੇ ਅਰ ਸੋਗਨ ਤੇ ਜਲ ਜੋਗਨ ਤੇ ਬਹੁ ਭਾਂਤ ਬਚਾਵੈ। ਸਤਰ ਅਨੇਕ ਚਲਾਵਤ ਕਾਬ ਤਉ ਤਨ ਏਕ ਨ ਲਾਗਨ ਪਾਵੈ। ਰਾਖਤ ਹੈ ਆਪਨੋ ਕਰ ਦੇ ਕਰ ਪਾਪ ਸੰਬੂਹ ਨਾ ਭੇਟਨ ਪਾਵੈ। और की बात कहाँ कह तो सो पेट ही के पट बीच बचावै। श्री हर कृष्ण ध्याईऐ जिस डिठै सब दुख जाए। तेग बहादुर सिमरिए कर नौ निद आवे ताए। तेग बहादुर सिमरिए कर नौ निद आवे ताए। सब थाई होए सहाय। परम सन्मानयोग जुगो जुग अटल तख्त चवर छत्र दे मालक सतगुरु श्री गुरु ग्रंथ साहिब महाराज पातशाह जी दी पावन पवित्र हजूरी अंदर जुड़ बैठ के धन गुरु तेग बहादुर महाराज पातशाह जी दे 400 साला प्रकाश गुरपुरब आगमन दिवस नूं समर्पित हो करके आप संगत देश विदेश के अंदर सतगुरु महाराज जी दे पावन जीवन नूं रोज़ाना ही सरवण कर रहे हो। गुरमत विचारां दी सांझ तो पहला आओ सतगुरु महाराज जी दे चरनां दे विच हाज़री लगवाइए। तकीए गुरु का आसरा धन गुरु तेग बहादुर महाराज आप विच वर्तन आप सहाय होवन। गुर इतिहास गुरमत विचारां दी सांझ कर सकिए। आप संगत आसीस बख्शो। मन बिरतियां एकागर करो। अदब प्यार सत्कार दे नाल फतेह प्रवान करो जी। वाहिगुरु जी का खालसा वाहिगुरु जी की फतेह। पिछले दीवान दे विच आप जी ने सरवण कीता कि सतगुरु महाराज पातशाह गुरु गोबिंद सिंह जी का आगमन उन्हां दा प्रकाश जिहड़ा है वो प्रयाग दे अस्थान ते होया। प्रगट सतगुरु महाराज सच्चे पातशाह जी ने अगे जा कर के पटना साहिब की वो पावन धरती है जिथे सतगुरु महाराज जी ने प्रगट होना है। धन गुरु तेग बहादुर महाराज पातशाह जी जगत जलंधे का उद्धार करदियां होया महाराज बनारस की धरती ते पहुँचते ने। हिंदू धर्म के अंदर बनारस जिहड़ा है वो बहुत उन्होंने पवित्र अस्थान मन्निया गया। बनारस दे विच सतगुरु महाराज जिस वेले गए तो बहुत सारे पंडित सन्यासी और
ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਜਿਨ੍ਹਾਂ ਨੂੰ ਆਪਣੇ ਘਰ ਦੇ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗੋਦ ਵਿੱਚ ਬਿਠਾਉਣਾ ਕੀਤਾ, ਕਬੀਰ ਪੰਥੀਏ ਰਵਿਦਾਸੀਏ ਜਿਹੜੇ ਸਨ ਉਹ ਵੀ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਆਏ। ਬੈਰਾਗੀ ਸਾਧੂ ਆਏ, ਸੰਨਿਆਸੀ ਆਏ, ਪੰਡਤ ਆਏ, ਕਬੀਰ ਪੰਥੀਏ ਆਏ, ਰਵਿਦਾਸੀਏ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਆਏ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਉਹਨਾਂ ਤੋਂ ਜੀਵਨ ਜਾਚ ਮਤ ਬੁੱਧੀ ਦਾ ਸਕੂਨ ਪ੍ਰਾਪਤ ਹੁੰਦਾ ਹੈ। ਜਿਹੜਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਦਰਸ਼ਨ ਕਰਦਾ ਹੈ ਉਹਦੇ ਅੰਦਰ ਨੂੰ ਤ੍ਰਿਪਤੀ ਪ੍ਰਾਪਤ ਹੁੰਦੀ ਹੈ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਵੱਖ-ਵੱਖ ਸੰਪਰਦਾਇ ਜਦੋਂ ਲੋਕ ਆਏ, ਇੱਕ ਪੰਡਤ ਨੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੂੰ ਸਵਾਲ ਕੀਤਾ ਸੀ। ਕਹਿਣ ਲੱਗੇ, ਮਹਾਰਾਜ ਇੱਕ ਕਿਰਪਾ ਕਰੋ, ਇਹ ਦੱਸੋ ਕਿ ਇਹ ਬੁੱਧੀ ਹੁੰਦਿਆਂ ਹੋਇਆਂ ਵੀ ਇਨਸਾਨ ਜਿਹੜਾ ਹੈ ਉਹ ਪੁੱਠੇ ਰਸਤੇ ਜਾਂ ਪੁੱਠੀ ਮੱਤ ਦੇ ਵਾਲੇ ਪਾਸੇ ਕਿਉਂ ਤੁਰਦਾ ਹੈ, ਪੁੱਠੇ ਪਾਸੇ ਨੂੰ ਕਿਉਂ ਤੁਰਦਾ ਹੈ। ਮਨੋ ਚਿੰਤਕ ਜਿਹੜੇ ਲੋਕ ਨੇ ਉਹ ਆਖਦੇ ਨੇ ਕਿ ਜਿਸ ਵੇਲੇ ਦਿਸ਼ਾ ਖਰਾਬ ਹੁੰਦੀ ਹੈ ਉਸ ਵੇਲੇ ਦਸ਼ਾ ਵੀ ਖਰਾਬ ਹੁੰਦੀ ਹੈ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਇਹ ਦੱਸੋ ਕਿ ਬੁੱਧੀ ਹੈ ਸਾਡੇ ਕੋਲ, ਸਮਝ ਹੈ, ਪਰ ਮਹਾਰਾਜ ਇਹ ਸਮਝ ਹੁੰਦਿਆਂ ਹੋਇਆਂ ਵੀ ਇਨਸਾਨ ਜਿਹੜਾ ਹੈ ਉਹ ਪੁੱਠੇ ਰਸਤੇ 'ਤੇ ਕਿਉਂ ਤੁਰਦਾ ਹੈ। ਸਤਿਗੁਰੂ ਮਹਾਰਾਜ ਜੀ ਕਹਿਣ ਲੱਗੇ, ਪੰਡਤ ਜੀ ਅਸਲ ਦੇ ਵਿੱਚ ਜਿਹੜੀ ਬੁੱਧੀ ਹੈ ਉਹਨੂੰ ਤ੍ਰਿਸ਼ਨਾ ਘੇਰਦੀ ਹੈ। ਜਦੋਂ ਤ੍ਰਿਸ਼ਨਾ ਦੇ ਘੇਰੇ ਦੇ ਵਿੱਚ ਬੁੱਧੀ ਆਉਂਦੀ ਹੈ ਤੇ ਤ੍ਰਿਸ਼ਨਾ ਤੋਂ ਫਿਰ ਜਿਹੜੀ ਹੈ ਉਹ ਹਉਮੈ ਜਿਹੜੀ ਹੈ ਉਹ ਪੈਦਾ ਹੋ ਖਲੋਤੀ ਹੈ। ਜੇ ਇਹ ਤ੍ਰਿਸ਼ਨਾ ਫਿਰ ਮੋਹ ਦਾ ਜਾਲ ਜਿਹੜਾ ਹੈ ਉਹ ਫੈਲਾ ਲੈਂਦੀ ਹੈ ਤੇ ਇਸ ਮੋਹ ਦੇ ਜਾਲ ਕਰਕੇ, ਇਸ ਹਉਮੈ ਦੇ ਕਰਕੇ, ਇਸ ਤ੍ਰਿਸ਼ਨਾ ਦੇ ਕਰਕੇ ਜੀਵ ਜਿਹੜਾ ਹੈ ਇਹ ਪੰਜ ਜਿਹੜੇ ਚੋਰ ਸਰੀਰ ਦੇ ਅੰਦਰ ਬੈਠੇ ਨੇ ਉਹਨਾਂ ਦੇ ਵੱਸ ਦੇ ਵਿੱਚ ਹੋ ਜਾਂਦਾ ਹੈ। ਫਿਰ ਬੁੱਧੀ ਆਵਾਜ਼ਾਂ ਮਾਰਦੀ ਹੈ ਤੇ ਫਿਰ ਬੁੱਧੀ ਦੀ ਆਵਾਜ਼ ਜਿਹੜੀ ਹੈ ਉਹ ਮਨ ਨੂੰ ਸੁਣਨੀ ਬੰਦ ਹੋ ਜਾਂਦੀ, ਕਿਉਂਕਿ ਬੁੱਧੀ ਦੇ ਉੱਤੇ ਤ੍ਰਿਸ਼ਨਾ ਦਾ ਕਬਜ਼ਾ, ਬੁੱਧੀ ਦੇ ਉੱਤੇ ਹਉਮੈ ਦਾ ਜਿਹੜਾ ਹੈ ਉਹ ਕਬਜ਼ਾ ਹੋ ਜਾਂਦਾ ਹੈ, ਮੋਹ ਦਾ ਕਬਜ਼ਾ ਹੁੰਦਾ ਹੈ, ਵਾਸਨਾ ਕਾਮ ਦਾ ਕਬਜ਼ਾ ਹੁੰਦਾ ਹੈ। ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਇਸ ਕਰਕੇ ਇਹ ਜਿਹੜਾ ਹੈ ਜੀਵ ਇਹਦੇ ਝੰਬੇਲੇ ਦੇ ਵਿੱਚ ਫਸ ਜਾਂਦਾ ਹੈ। ਸਰੀਰ ਦੇ ਅੰਦਰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਪੰਜ ਤੱਤ, ਪੰਜ ਵੈਰੀ ਜਿਹੜੇ ਨੇ ਚੋਰ ਬੈਠੇ ਹੋਏ ਨੇ। ਤੇ ਮਹਾਰਾਜ ਬਾਣੀ ਦੇ ਵਿੱਚ ਵੀ ਇਹ ਕਿਰਪਾ ਕੀਤੀ। ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਮਨ ਕੇ ਅਦਕ ਤਰੰਗ ਕਿਉਂ ਦਰ ਸਾਹਿਬ ਛੁੱਟੀ ਹੈ। ਮਨ ਤੇ ਪਹਿਲੋਂ ਹੀ ਕਾਬੂ ਨਹੀਂ ਆਉਂਦਾ ਤੇ ਜਦੋਂ ਇਸ ਮਨ ਨੂੰ ਸੰਗਤ ਇਹਨਾਂ ਦੀ ਤ੍ਰਿਸ਼ਨਾ ਦੀ, ਕਾਮ ਦੀ, ਕ੍ਰੋਧ ਦੀ, ਮੋਹ ਦੀ, ਲੋਭ ਦੀ, ਹੰਕਾਰ ਦੀ ਸੰਗਤ ਮਿਲ ਜਾਂਦੀ ਹੈ, ਫਿਰ ਮਨ ਨੂੰ ਜਿਹੜਾ ਕਾਬੂ ਕਰਨਾ ਬਹੁਤ ਕਠਿਨ ਹੋ ਜਾਂਦਾ ਹੈ। ਇਹ ਕੇਵਲ ਜੇਕਰ ਕਾਬੂ ਮਨ ਆ ਸਕਦਾ ਹੈ ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਜੇ ਗੁਰੂ ਦੀ ਕਿਰਪਾ ਹੋਵੇ ਇਹ ਮਨ ਵਸ ਆਵੇ ਨਾਨਕਾ, ਜੇ ਪੂਰਨ ਕਿਰਪਾ ਹੋਏ, ਪੂਰਨ ਕਿਰਪਾ ਪੂਰੇ ਸਤਿਗੁਰ ਦੀ ਕਿਰਪਾ ਹੋਵੇ, ਇਹ ਮਨ ਜਿਹੜਾ ਹੈ ਫਿਰ ਵਸ ਦੇ ਵਿੱਚ ਆਉਂਦਾ ਹੈ। ਸੋ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਕਿਹਾ ਕਿ ਬੁੱਧੀ ਅਸਲ 'ਚ ਨਿਰਣਾ ਜ਼ਰੂਰ ਕਰਦੀ ਹੈ ਕਿ ਸੱਚ ਕੀ ਇਹ ਝੂਠ ਕੀ, ਪਰ ਜਿੱਦਣ ਅੰਦਰ ਇਹ ਤ੍ਰਿਸ਼ਨਾ ਜਾਗ ਖਲੋਂਦੀ। ਸਤਿਗੁਰੂ ਮਹਾਰਾਜ ਨੇ ਆਸਾ ਤੇ ਤ੍ਰਿਸ਼ਨਾ ਨੂੰ ਦੋ ਕੁੱਤੀਆਂ ਕਿਹਾ ਤੇ ਲੋਭ ਨੂੰ ਕੁੱਤਾ ਕਿਹਾ ਸਤਿਗੁਰੂ ਮਹਾਰਾਜ ਜੀ ਨੇ ਬਾਣੀ ਵਿੱਚ। ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਏਕ ਸਵਾਨ ਦੋਏ ਸਵਾਨੀ ਨਾਲ ਭਲਕੇ ਭੌਂਕੇ ਸਦਾ ਬਿਆਲ, ਕੂਰ ਛੁੜਾ ਮੁੱਠਾ ਮਰਦਾਰ ਧਾਨ ਕਰੂਪ ਰਹਾ ਕਰਤਾਰ। ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਲੱਭ ਕੁੱਤਾ, ਕੂੜ ਚੂਹੜਾ, ਠੱਗ ਖਾਦਾ ਮੁਰਦਾਰ, ਪਰ ਨਿੰਦਾ ਪਰ ਮਲ ਮੁਖ ਸੁਧੀ, ਅਗਨ ਕ੍ਰੋਧ ਚੰਡਾਲ। ਮਹਾਰਾਜ ਪਾਤਸ਼ਾਹ ਕਹਿੰਦੇ ਨੇ ਇਸ ਕਰਕੇ ਬੁੱਧੀ ਜਿਹੜੀ ਹੈ ਇਹ ਜਿਸ ਵੇਲੇ ਵਿਕਾਰਾਂ ਦੇ ਵੱਸ ਦੇ ਵਿੱਚ ਹੁੰਦੀ ਹੈ ਤੇ ਇਹ ਫਿਰ ਮਨ ਜਿਹੜਾ ਹੈ ਇਹ ਆਵਾਜ਼ਾਂ ਮਾਰਦਾ ਹੈ, ਪਰ ਬੁੱਧੀ ਆਵਾਜ਼ ਜਿਹੜੀ ਹੈ ਉਹ ਸੁਣਨੋਂ ਬੇਅਸਰ ਹੋ ਜਾਂਦੀ ਹੈ। ਬੁੱਧੀ ਤੱਕ ਮਨ ਦੀ ਆਵਾਜ਼ ਨਹੀਂ ਪਹੁੰਚਦੀ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੂੰ ਆਇਆਂ ਦੇਖ ਕੇ ਹੋਰ ਜਿਹੜੇ ਕੱਟੜ ਸਨ ਜਾਂ ਵਿਰੋਧ ਕਰਨ ਵਾਲੇ ਸਨ, ਬਹੁਤ ਸਾਰੇ ਚਰਚਾ ਕਰਨ ਵਾਲੇ ਪੰਡਤ ਜਿਹੜੇ ਸੀ ਉਹ ਵੀ ਸਤਿਗੁਰੂ ਮਹਾਰਾਜ ਜੀ ਦੇ ਕੋਲ ਆਏ ਕਿ ਅਸੀਂ ਚਰਚਾ ਕਰਨੀ ਹੈ, ਧਰਮ ਗ੍ਰੰਥਾਂ ਦੀ ਚਰਚਾ ਕਰਾਂਗੇ। ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਕਿ ਅਸਲ ਦੇ ਵਿੱਚ ਜਿਹੜਾ ਧਰਮ ਦੇ ਗ੍ਰੰਥ ਹਨ, ਮਹਾਰਾਜ ਕਹਿੰਦੇ ਨੇ ਇਹ ਧਰਮ ਗ੍ਰੰਥ ਕਮਾਉਣ ਵਾਸਤੇ ਹੀ ਹੁੰਦੇ ਨੇ। ਧਰਮ
ਕਹਿਣੀ ਦਾ ਨਾਮ ਨਹੀਂ ਹੁੰਦਾ। ਧਰਮ ਜਿਹੜਾ ਹੈ ਉਹ ਕਰਨੀ ਕਰਕੇ ਪ੍ਰਧਾਨ ਹੈ। ਕਹਿਣੀ ਕਰਕੇ ਨਹੀਂ, ਕਰਨੀ ਕਰਕੇ ਪ੍ਰਧਾਨ ਹੈ। ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਜਿਹੜਾ ਬਾਹਰੋਂ ਕੋਈ ਦਾਅਵੇ ਕਰੀ ਜਾਵੇ ਨਾ, ਉਹ ਧਰਮੀ ਨਹੀਂ ਇਕੱਲਾ ਹੋ ਸਕਦਾ। ਧਰਮ ਤਾਂ ਕਰਨੀ ਕਰਕੇ ਜਿਹੜਾ ਹੈ ਉਹ ਜਾਣਿਆ ਜਾਂਦਾ। ਇਕਬਾਲ ਸ਼ਾਇਰ ਹੋਏ ਨੇ ਤੇ ਉਹਨਾਂ ਨੇ ਇੱਕ ਸ਼ੇਰ ਲਿਖਿਆ ਸੀ। ਉਹ ਕਹਿੰਦੇ ਇਕਬਾਲ ਬੜਾ ਉਪਦੇਸ਼ਕ ਹੈ, ਬਾਤੋਂ ਸੇ ਮਨ ਮੋਹ लेता है। गुफ्तार का गाजी बन तो गया, किरदार का गाजी बन ना सका। ਕਹਿੰਦੇ ਨੇ ਕਿ ਉਹ ਕਈ ਐਸੇ ਹੁੰਦੇ ਨੇ ਗੁਫਤਾਰ ਦੇ ਗਾਜੀ। ਗੁਫਤਾਰ ਤੋਂ ਭਾਵ ਕਿ ਗੱਲਾਂ ਕਰਕੇ ਬਹੁਤ ਵੱਡੀਆਂ ਗੱਲਾਂ ਕਰ ਜਾਣਗੇ, ਗੱਲਾਂ ਕਰਕੇ ਤੇ ਉਹ ਅਸਮਾਨ ਨੂੰ ਵੀ ਟਾਕੀਆਂ ਲਾਉਣ ਤੋਂ ਪਿੱਛੇ ਨਹੀਂ ਗੁਰੇਜ਼ ਕਰਦੇ। ਪਰ ਇਕਬਾਲ ਸ਼ਾਇਰ ਆਖਦਾ ਹੈ ਕਿ ਗੁਫਤਾਰ ਕਾ ਗਾਜੀ ਬਨ ਤੋਂ ਗਿਆ, ਕਿਰਦਾਰ ਕਾ ਗਾਜੀ ਬਨ ਨਾ ਸਕਾ। ਕਿਰਦਾਰ ਕਰਕੇ ਜਿਹੜਾ ਸੀ ਉਹ ਬਹਾਦਰ ਸੂਰਮਾ ਨਹੀਂ ਬਣ ਸਕਿਆ। ਗੱਲਾਂ ਬਾਤਾਂ ਦੇ ਨਾਲ ਤੇ ਉਹਦੀ ਸੂਰਮਤਾਈ ਦੇ ਕਹਿਣੇ ਕੀ ਸੀ। ਗੱਲਾਂ ਬਾਤਾਂ ਨਾਲ ਤੇ ਉਹ ਕਹਿੰਦਾ ਕਿ ਮੇਰੇ ਵਰਗਾ ਬਲੀਦਾਨ ਦੇਣ ਵਾਲਾ ਵਿਰਾਗੀ ਤਿਆਗੀ ਸਾਧੂ ਕੋਈ ਨਹੀਂ। ਇਹ ਪਿੱਛੇ ਜੇ ਦੀ ਘਟਨਾ ਹੈ ਕਿ ਜਿਸ ਵੇਲੇ ਅਯੋਧਿਆ ਦੇ ਵਿੱਚੋਂ ਬਾਬਰੀ ਮਸਜਿਦ ਜਿਹੜੀ ਸੀ ਉਹਨੂੰ ਢਾਇਆ ਗਿਆ ਤੇ ਉਸ ਮਸਜਿਦ ਨੂੰ ਢਾਉਣ ਤੋਂ ਬਾਅਦ ਵਿੱਚ ਉੱਥੇ ਰਾਮ ਮੰਦਰ ਜਿਹੜਾ ਸੀ ਉਹਦੀ ਬਣਨ ਦੀ, ਉਹਨੂੰ ਬਣਾਉਣ ਦੀ ਗੱਲ ਚੱਲੀ। ਪਰ ਜ਼ੋਰ ਜਿਹੜਾ ਸੀ ਉਹ ਬਾਬਰੀ ਮਸਜਿਦ ਵਾਲੇ ਵੀ ਲਾਉਂਦੇ ਰਹੇ ਕਿ ਅਸੀਂ ਇੱਥੇ ਮਸਜਿਦ ਬਣਾਉਣੀ ਹੈ। ਫਿਰ ਉਸ ਵੇਲੇ ਜਦੋਂ ਇਹ ਕੰਮ ਸ਼ੁਰੂ ਹੋਇਆ ਤੇ ਕੁਝ ਲੋਕਾਂ ਨੇ ਜਿਹੜਾ ਸੀ ਉਹਨਾਂ ਨੇ ਸੁਝਾਅ ਦਿੱਤੇ ਕਿ ਥੋੜ੍ਹੀ ਦੂਰੀ ਤੋਂ ਜਿਹੜਾ ਰਾਮ ਮੰਦਰ ਹੈ ਇਹਨੂੰ ਕੁਝ ਦੂਰੀ 'ਤੇ ਬਣਾ ਦਿੱਤਾ ਜਾਵੇ, ਜਗ੍ਹਾ ਥੋੜ੍ਹੀ ਤਬਦੀਲ ਕੀਤੀ। ਇੱਕ ਵੈਰਾਗੀ ਸਾਧੂ ਸੀ, ਉਹਨੇ ਉਸ ਵੇਲੇ ਅਖਬਾਰ ਦੇ ਵਿੱਚ ਬਿਆਨ ਦੇ ਦਿੱਤਾ ਸੀ। ਪ੍ਰਿੰਸੀਪਲ ਸੁਰਿੰਦਰ ਸਿੰਘ, ਸਿੱਖ ਮਿਸ਼ਨਰੀ ਕਾਲਜ ਆਨੰਦਪੁਰ ਸਾਹਿਬ ਦੇ ਪ੍ਰਿੰਸੀਪਲ ਸੁਰਿੰਦਰ ਸਿੰਘ, ਉਹਨਾਂ ਨੇ ਸਾਨੂੰ ਦੱਸਣਾ, ਉਹਨਾਂ ਨੇ ਕਹਿਣਾ ਕਿ ਉਹਨਾਂ ਨੇ ਇਹ ਗੱਲ ਜਿਹੜੀ ਸੀ ਬਿਆਨ ਦੇ ਵਿੱਚ ਕਹਿ ਦਿੱਤੀ ਕਿ ਦੇਖੋ ਕਿ ਜੇਕਰ ਹੁਣ ਰਾਮ ਮੰਦਰ ਦੀ ਥਾਂ ਜੇਕਰ ਬਦਲੀ ਗਈ, ਉਸ ਥਾਂ 'ਤੇ ਰਾਮ ਮੰਦਰ ਨਾ ਬਣਿਆ ਜਿੱਥੇ ਜਗ੍ਹਾ ਹੈ, ਤੇ ਮੈਂ ਆਤਮਦਾਹ ਕਰ ਲਵਾਂਗਾ। ਪਰ ਪ੍ਰਿੰਸੀਪਲ ਸਾਹਿਬ ਦੱਸਦੇ ਕਹਿੰਦੇ ਕਿ ਇੱਕ ਤੋਂ ਨਹੀਂ 2-3 ਥਾਵਾਂ 'ਤੇ ਉਹ ਥਾਂ ਹੌਲੀ ਹੌਲੀ ਤਬਦੀਲ ਕਰਦੇ, 3-4 ਥਾਵਾਂ ਤੱਕ ਪਹੁੰਚ ਗਈ ਕਿ ਇੱਥੇ ਨਹੀਂ ਉੱਥੇ ਬਣਾ ਦਾਂਗੇ, ਉੱਥੇ ਨਹੀਂ ਉੱਥੇ ਬਣਾ ਦਾਂਗੇ। ਤੇ ਜਦ ਕਿਸੇ ਪੱਤਰਕਾਰ ਨੇ ਪੁੱਛਿਆ ਕਿ ਮਹਾਤਮਾ ਜੀ, ਸਾਧੂ ਜੀ, ਆਪ ਜੀ ਨੇ ਇਹ ਐਲਾਨ ਕੀਤਾ ਸੀ ਕਿ ਜੇਕਰ ਰਾਮ ਮੰਦਰ ਦੀ ਜਗ੍ਹਾ ਬਦਲੀ ਗਈ ਤੇ ਮੈਂ ਆਤਮਦਾਹ ਕਰਾਂਗਾ, ਤੇ ਉਹਨੇ ਅੱਗੋਂ ਜਵਾਬ ਪਤਾ ਕੀ ਕੀਤਾ। ਜਵਾਬ ਦਿੰਦਾ ਕਹਿਣ ਲੱਗਾ ਜੀ ਮੈਨੂੰ ਪ੍ਰਧਾਨ ਮੰਤਰੀ ਜੀ ਨੇ ਬੇਨਤੀ ਕੀਤੀ ਸੀ, ਵੇਖਿਓ ਕਿਤੇ ਤੁਸੀਂ ਆਤਮਦਾਹ ਨਾ ਕਰ ਲਿਓ, ਤੁਹਾਡੇ ਵਰਗੇ ਮਹਾਂਪੁਰਖਾਂ ਦੀ ਬੜੀ ਸੰਸਾਰ 'ਤੇ ਲੋੜ ਹੈ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਨੇ ਕਿ ਧਰਮ ਜਿਹੜਾ ਹੈ ਉਹ ਕਰਨੀ ਕਰਕੇ ਪ੍ਰਧਾਨ ਹੈ, ਨਾ ਕਿ ਇਕੱਲਾ ਆਵਾਜ਼ ਦੇ ਦੇਣੀ, ਗੁਫ਼ਤਗੂ ਕਰ ਲੈਣੀ, ਗੱਲਾਂ ਕਰ ਲੈਣੀਆਂ। ਤੇ ਇਕਬਾਲ ਵੀ ਇਹੀ ਕਹਿੰਦਾ ਹੈ ਕਿ ਇਕਬਾਲ ਬੜਾ ਉਪਦੇਸ਼ਕ ਹੈ, ਬਾਤੋਂ ਸੇ ਮਨ ਮੋਹ लेता है। ਗੁਫਤਾਰ ਕਾ ਗਾਜੀ ਬਨ ਤੋਂ ਗਿਆ, ਕਿਰਦਾਰ ਕਾ ਗਾਜੀ ਬਨ ਨਾ ਸਕਾ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਦੇ ਸਨਮੁਖ ਪੰਡਤ ਆਉਂਦੇ ਨੇ ਚਰਚਾ ਕਰਨ ਵਾਸਤੇ, ਤੇ ਮਹਾਰਾਜ ਨੇ ਕਿਹਾ ਕਿ ਦੇਖੋ ਧਰਮ ਜਿਹੜੇ ਨੇ ਉਹ ਵਾਦ ਵਿਵਾਦ ਹੰਕਾਰ ਨਹੀਂ ਸਿਖਾਉਂਦੇ। ਵੇਦ ਕਤੇਬ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰੇ। ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰਦੇ, ਤੱਤੇ ਸਾਰ ਨਾ ਜਾਣੀ। ਮਹਾਰਾਜ ਪਾਤਸ਼ਾਹ ਕਹਿੰਦੇ ਨੇ ਅਸਲ 'ਚ ਤੱਤ ਸਾਰ ਦੀ ਅਸੀਂ ਗੱਲ ਨਹੀਂ ਕਰਦੇ, ਅਸੀਂ ਕੇਵਲ ਵਾਦ ਤੇ ਵਿਵਾਦ ਦੇ ਵਿੱਚ ਅਸੀਂ ਤਾਂ ਕਿਤਾਬਾਂ ਦੇ ਗੱਡੇ ਲੱਦ ਕੇ ਭਰੀ ਫਿਰਦੇ ਹਾਂ ਕਿ ਸਾਡੇ ਕੋਲ ਗਿਆਨ ਬੜਾ ਹੈ, ਸਾਨੂੰ ਸਮਝ ਬੜੀ ਹੈ। ਅਸੀਂ ਉਸੇ ਗਿਆਨ ਦੇ ਹੰਕਾਰ ਦੇ ਆਸ਼ਰਿਤ ਹੋ ਕਰਕੇ ਆਸ਼ਰਿਤ ਹੰਕਾਰ ਦੇ ਹੋ ਜਾਂਦੇ ਹਾਂ, ਤੇ ਅਸੀਂ ਉਹਨੂੰ ਹੀ ਜੀਵਨ ਸਮਝ ਲੈਂਦੇ ਹਾਂ ਕਿ ਸਾਡੇ ਵਰਗੀ ਵਿਦਵਤਾ ਕਿਸੇ ਦੇ ਕੋਲ ਨਹੀਂ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਉੱਥੇ ਬਚਨ ਉਚਾਰਨ ਕੀਤੇ। ਗੌੜੀ ਰਾਗ ਦੇ ਅੰਦਰ ਮਹਾਰਾਜ ਜੀ ਦੇ ਬਚਨ ਨੇ, ਸਾਧੋ ਮਨ ਕਾ ਮਾਨ ਤਿਆਗੋ। ਮਹਾਰਾਜ ਕਹਿੰਦੇ ਨੇ ਕਿ ਹੇ ਸਾਧੂ, ਸਤਿਗੁਰੂ ਮਹਾਰਾਜ ਜੀ ਦਾ ਪਹਿਲਾ ਸ਼ਬਦ ਮਹਾਰਾਜ ਜੀ ਨੇ ਦਰਜ ਕੀਤਾ ਬਾਣੀ ਦੇ ਅੰਦਰ, ਇਹ ਪਹਿਲਾ ਸ਼ਬਦ ਹੈ। ਇਹਦੇ ਵਿੱਚ ਸਤਿਗੁਰੂ ਮਹਾਰਾਜ ਕਹਿੰਦੇ ਨੇ ਮਨ ਦਾ ਮਾਨ, ਹੰਕਾਰ ਨੂੰ ਛੱਡ ਦੇ, ਇਹ ਹਉਮੈ ਤੋਂ ਖਹਿੜਾ ਛਡਾ ਲਾ। ਇਹਨੇ ਜੀਵਨ ਜਿਹੜਾ ਹੈ ਉਹਨੂੰ ਬਿਲਕੁਲ ਰਸਾਤਲ ਦੇ ਵਿੱਚ ਲੈ ਜਾਣਾ ਹੈ। ਸਾਧੋ ਮਨ ਕਾ ਮਾਨ ਤਿਆਗੋ, ਤੇ ਨਾਲ ਹੀ ਸਤਿਗੁਰੂ ਮਹਾਰਾਜ ਕਹਿੰਦੇ ਨੇ ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਂ ਤੇ ਅਹਨਿਸ ਭਾਗੋ। ਕਾਮ ਨੂੰ, ਕ੍ਰੋਧ ਨੂੰ ਤੇ ਦੁਰਜਨ ਤੋਂ ਭਾਵ ਕਿ ਜਿਹੜੇ
ਰੱਬ ਦੇ ਨਾਮ ਨਾਲ ਨੂੰ ਤੋੜਨ ਵਾਲੇ ਹੋਵਨ, ਜਿਹੜੇ ਬੰਦਗੀ ਦੇ ਵਾਲੇ ਪਾਸੇ ਤੋੜਨ ਵਾਲੇ ਹੋਵਨ, ਜਿਹੜੇ ਜਿਹਨੂੰ ਕਬੀਰ ਸਾਹਿਬ ਕਹਿੰਦੇ ਨੇ ਕਿ ਸਾਕਤ ਸੰਗ ਨਾ ਕੀਜੀਏ, ਦੂਰੋਂ ਜਾਈਏ ਭਾਗ, ਕਿ ਸਾਕਤ ਮਿਲ ਜਾਏ ਨਾ, ਕਿ ਟੁੱਟਿਆ ਹੋਇਆ ਮਿਲ ਜਾਏ, ਉਹਨੂੰ ਵੇਖ ਕੇ ਦੂਰੋਂ ਭੱਜ ਜਾ, ਕਿਤੇ ਇਹ ਨਾ ਹੋਵੇ ਕਿ ਕੋਈ ਐਵੇਂ ਦੀ ਗੱਲ ਕਰੇ ਤੇਰਾ ਮਨ ਵੀ ਜਿਹੜਾ ਟੁੱਟ ਜਾਵੇ। ਸਤਿਗੁਰੂ ਮਹਾਰਾਜ ਪਾਤਸ਼ਾਹ ਨੇ ਪਹਿਲੇ ਸ਼ਬਦ ਦੇ ਵਿੱਚ ਇਹ ਆਖਿਆ ਕਿ ਸਾਧੋ ਮਨ ਕਾ ਮਾਨ ਤਿਆਗੋ, ਤੇ ਅਖੀਰਲਾ ਸ਼ਲੋਕ ਪੜ੍ਹ ਕੇ ਦੇਖੋ, ਉਹਦੇ ਵਿੱਚ ਸਤਿਗੁਰੂ ਮਹਾਰਾਜ ਕਹਿੰਦੇ ਨੇ ਰਾਮ ਨਾਮ ਉਰਮੈ ਗਹਿਓ ਜਾਂ ਕੇ ਸਮ ਨਹੀਂ ਕੋਏ। ਉੱਥੇ ਮਹਾਰਾਜ ਫੜਨ ਦੀ ਗੱਲ ਕਰਦੇ ਨੇ, ਗਹਿਨੇ ਤੋਂ ਗਹੋ ਤੋਂ ਭਾਵ ਹੁੰਦਾ ਹੈ ਫੜਨਾ। ਸਗਲ ਦਵਾਰ ਕੋ ਛਾੜ ਕੇ ਗਹਿਓ ਤੁਹਾਰੋ ਦਵਾਰ, ਬਾਹੇ ਗਹੇ ਕੀ ਲਾਜ ਅਸ, ਬਾਂਹ ਫੜੇ ਦੀ ਲਾਜ ਰੱਖ ਸਤਿਗੁਰੂ ਮਹਾਰਾਜ ਗੋਬਿੰਦ ਦਾਸ ਤੁਹਾਰ। ਤੇ ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਕਿ ਰਾਮ ਨਾਮ ਉਰਮੈ ਗਹਿਓ ਜਾਂ ਕੇ ਸਮ ਨਹੀਂ ਕੋਏ। ਜੇ ਛੱਡਣਾ ਹੈ ਤੇ ਹੰਕਾਰ ਛੱਡ, ਜੇ ਛੱਡਣਾ ਹੈ ਤੇ ਮਾਨ ਨੂੰ ਛੱਡ, ਜੇ ਛੱਡਣਾ ਹੈ ਤੇ ਕ੍ਰੋਧ ਨੂੰ ਛੱਡ, ਜੇ ਛੱਡਣਾ ਹੈ ਤੇ ਕਾਮ ਵਾਸਨਾ ਨੂੰ ਤਿਆਗ ਦੇ, ਬੁਰੀ ਸੰਗਤ ਨੂੰ ਛੱਡ, ਤਾਂ ਤੇ ਅਹਨਿਸ ਭਾਗੋ। ਮਹਾਰਾਜ ਅਹਨਿਸ ਤੋਂ ਭਾਵ ਹੁੰਦੇ ਨੇ ਕਿ ਦਿਨ ਤੇ ਰਾਤ ਇਹੋ ਜਿਹੀ ਸੰਗਤ ਤੋਂ ਜਿੱਥੇ ਕਾਮ ਪਰੋਸਿਆ ਜਾਂਦਾ ਹੋਵੇ, ਜਿੱਥੇ ਹੰਕਾਰ ਦੀ ਵਰਤੋਂ ਹੁੰਦੀ ਹੋਵੇ, ਜਿੱਥੇ ਮੋਹ ਦੀ ਹੋਵੇ, ਕ੍ਰੋਧ ਦੀ ਗੱਲ ਹੁੰਦੀ ਹੋਵੇ, ਮਹਾਰਾਜ ਕਹਿੰਦੇ ਨੇ ਦਿਨ ਰਾਤ ਐਸੀ ਸੰਗਤ ਤੋਂ ਦੂਰ ਰਹੋ। ਸੁਖ ਦੁੱਖ ਦੋਨੋਂ ਸਮ ਕਰ ਜਾਣੇ ਔਰ ਮਾਨ ਅਪਮਾਨਾ। ਮਹਾਰਾਜ ਜੀ ਨੇ ਕਿਹਾ ਕਿ ਜਿਸ ਦਿਨ ਤੂੰ ਛੱਡੇਂਗਾ ਕਾਮ ਕ੍ਰੋਧ ਹੰਕਾਰ ਮੋਹ ਨੂੰ ਮਾਨ ਨੂੰ, ਫਿਰ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਇੱਕ ਕੰਮ ਹੋਰ ਕਰੀ ਕਿ ਸੁੱਖ ਦੁੱਖ ਦੋਨੋਂ ਸਮ ਕਰ ਜਾਣੈ ਔਰ ਮਾਨ ਅਪਮਾਨਾ। ਦੁੱਖ ਤੇ ਸੁੱਖ ਨੂੰ ਬਰਾਬਰ ਜਾਣ ਲਾ, ਮਾਨ ਤੇ ਅਪਮਾਨ ਨੂੰ ਬਰਾਬਰ ਜਾਣ ਲਾ। ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਹਰਖ ਸੋਗ ਤੇ ਰਹੇ ਅਤੀਤਾ, ਤਿੰਨ ਜਗ ਤਤ ਪਛਾਨਾ। ਹਰਖ ਸੋਗ, ਸੋਗ ਗਮੀ ਤੇ ਹਰਖ ਖੁਸ਼ੀ। ਸੁੱਖ ਆ ਗਿਆ, ਖੁਸ਼ੀ ਆ ਗਈ ਤੇ ਬਹੁਤਾ ਚਾਅ ਨਾ ਕਰੀ, ਬਹੁਤੀਆਂ ਛਾਲਾਂ ਨਾ ਮਾਰੀ। ਗਮ ਆ ਗਿਆ ਤੇ ਬਹੁਤਾ ਉਦਾਸ ਨਾ ਹੋਵੀਂ। ਹਰਖ ਸੋਗ ਤੇ ਰਹੇ ਅਤੀਤਾ, ਤਿੰਨ ਜਗ ਤਤ ਪਛਾਨਾ। ਮਹਾਰਾਜ ਕਹਿੰਦੇ ਜਿਹਨੇ ਇਸ ਤਰ੍ਹਾਂ ਕਰਕੇ ਜਾਣ ਲਿਆ ਪਰਮਾਤਮਾ ਨੂੰ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਉਹਨੇ ਅਸਲ 'ਚ ਜੀਵਨ ਤੱਤ ਜੋ ਪਰਮਾਤਮਾ ਦੇ ਨਾਲ ਜੁੜਨ ਵਾਲੀ ਗੱਲ ਹੈ ਉਹਨੂੰ ਉਹ ਸਮਝ ਆ ਜਾਂਦੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੂੰ ਮਿਲਣ ਵਾਸਤੇ ਇੱਥੇ ਫਿਰ ਜੌਨਪੁਰ ਦੀ ਸੰਗਤ ਆਈ। ਜੌਨਪੁਰ ਤੋਂ ਭਾਈ ਗੁਰਬਖਸ਼ ਇਹ ਮਸੰਦ ਸੀ ਗੁਰੂ ਘਰ ਦੇ, ਤੇ ਜਦੋਂ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਵਾਸਤੇ ਆਏ ਤੇ ਬੜੇ ਪਿਆਰ ਦੇ ਨਾਲ ਇਹਨਾਂ ਨੇ ਗੁਰੂ ਕੀ ਹਜ਼ੂਰੀ ਵਿੱਚ ਰਹੇ। ਜਿੰਨੇ ਦਿਨ ਵੀ ਸਤਿਗੁਰੂ ਮਹਾਰਾਜ ਜੀ ਦੇ ਕੋਲ ਰਹੇ ਤੇ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੇ ਸਨਮੁਖ ਬੈਠ ਕਰਕੇ ਇਹਨਾਂ ਨੇ ਗੁਰਬਾਣੀ ਦਾ ਕੀਰਤਨ ਕਰਨਾ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਪ੍ਰਸੰਨ ਇੰਨੇ ਹੋਏ। ਸਤਿਗੁਰੂ ਮਹਾਰਾਜ ਕਹਿੰਦੇ ਨੇ ਤੁਮਰੇ ਘਰ ਉਤਪਤ ਜੋ ਹੋਏ, ਕੀਰਤਨ ਭਜਨ ਕਰੇ ਸਭ ਸੋਏ। ਮਹਾਰਾਜ ਕਹਿੰਦੇ ਗੁਰਬਖਸ਼ ਤੁਹਾਡੇ ਘਰ ਦੇ ਵਿੱਚ ਹਮੇਸ਼ਾ ਕੀਰਤਨ ਦੀ ਦਾਤ ਰਹੇਗੀ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਤੁਹਾਡੇ ਘਰ ਦੇ ਵਿੱਚ ਕੀਰਤਨ ਦੀ ਦਾਤ ਰਹਿਣੀ ਹੈ। ਤੇ ਬਖਸ਼ਿਸ਼ ਮਹਾਰਾਜ ਨੇ ਕੀ ਕੀਤੀ, ਸਤਿਗੁਰੂ ਮਹਾਰਾਜ ਨੇ ਫਿਰ ਮਿਰਦੰਗ ਜਿਹੜੀ ਸੀ ਉਹ ਬਖਸ਼ਿਸ਼ ਦੇ ਵਿੱਚ ਭਾਈ ਗੁਰਬਖਸ਼ ਜੀ ਨੂੰ ਦਿੱਤੀ। ਭਾਈ ਗੁਰਬਖਸ਼ ਜੀ ਉਹਨੂੰ ਮਰਦੰਗ ਬਖਸ਼ਿਸ਼ ਕਰਦੇ ਆ ਤੇ ਇੱਕ ਬੜਾ ਕੀਮਤੀ ਜਿਹੜਾ ਸੀ ਉਹ ਬਦਾਮੀ ਰੰਗ ਦਾ ਚੋਲਾ ਮਹਾਰਾਜ ਨੇ ਬਖਸ਼ਿਸ਼ ਕੀਤਾ। ਪੁਰਾਤਨ ਜਿਹੜੇ ਗੁਰੂ ਕਰਕੇ ਕੀਰਤਨੀਏ ਨੇ, ਅੱਜ ਤੇ ਚਲੋ ਸਾਡੇ ਰਵਾਇਤੀ ਜਿਹੜੇ ਸਾਜ਼ ਨੇ ਉਹ ਤਬਲਾ ਤੇ ਹਾਰਮੋਨੀਅਮ ਜਿਹੜੇ ਨੇ ਅਸੀਂ ਉਹਨਾਂ ਦੀ ਵਰਤੋਂ ਪਏ ਕਰਦੇ ਹਾਂ ਕੀਰਤਨ ਦੇ ਵਿੱਚ। ਪਹਿਲਾਂ ਗੁਰਮਤ ਦੇ ਸਾਜ਼ ਜਿਹੜੇ ਸਨ ਉਹ ਮਿਰਦੰਗ ਸੀ, ਢੋਲਕੀ ਸੀ, ਰਬਾਬ ਸੀ, ਸਰੰਦਾ ਸੀ, ਤਾਉਸ ਸੀ, ਦਿਲਰਬਾ ਸੀ। ਇਹ ਰਵਾਇਤੀ ਸਾਜ਼ ਸੀ ਸਤਿਗੁਰੂ ਮਹਾਰਾਜ ਜੀ ਦੇ, ਜਿਨ੍ਹਾਂ ਨੂੰ ਸਤਿਗੁਰੂ ਮਹਾਰਾਜ ਨੇ ਆਪ ਵਰਤਿਆ। ਤਾਨਪੁਰੇ ਦੇ ਨਾਲ ਸਤਿਗੁਰੂ ਮਹਾਰਾਜ ਕੀਰਤਨ ਕਰਨਾ, ਰਬਾਬ ਦੇ ਨਾਲ ਭਾਈ ਮਰਦਾਨਾ ਸਾਹਿਬ ਜੀ ਗੁਰੂ ਘਰ ਦੇ ਪਹਿਲੇ ਕੀਰਤਨੀਏ। ਗੁਰੂ ਨਾਨਕ ਦੇਵ ਮਹਾਰਾਜ ਤੋਂ ਜਿਹਨੇ ਬਾਅਦ ਵਿੱਚ ਕੀਰਤਨ ਕੀਤਾ ਗੁਰੂ ਘਰ ਲਈ ਉਹ ਸਨ ਭਾਈ ਮਰਦਾਨਾ ਸਾਹਿਬ ਜੀ। ਰਬਾਬ ਦੇ ਨਾਲ ਉਹਨਾਂ ਕੀਰਤਨ ਕੀਤਾ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜਿਸ ਦਿਨ ਸੱਤਾ ਬਲਵੰਡ ਨਾਰਾਜ਼ ਹੋ ਕੇ ਗਏ ਕਿ ਅਸੀਂ ਕੀਰਤਨ ਨਹੀਂ ਕਰਨਾ ਅੱਜ ਤੋਂ ਬਾਅਦ, ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪ ਹੱਥੀਂ ਸਰੰਦਾ ਤਿਆਰ ਕੀਤਾ। ਉਸ ਸਰੰਦੇ ਦੇ ਨਾਲ ਸਤਿਗੁਰੂ ਮਹਾਰਾਜ ਜੀ ਨੇ ਆਪ ਕੀਰਤਨ ਕੀਤਾ ਹੈ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤਾਂ ਉਸ ਦੇ ਨਾਲ ਕੀਰਤਨ ਕਰਦੇ ਨੇ। ਧੰਨ ਗੁਰੂ
ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਤਾਊਸ ਦੇ ਨਾਲ ਆਪ ਕੀਰਤਨ ਕਰਦੇ ਰਹੇ, ਦਿਲਰਬਾ ਦੇ ਨਾਲ ਕਰਦੇ ਨੇ, ਤਾਨਪੁਰੇ ਦੇ ਨਾਲ ਮਹਾਰਾਜ ਕੀਰਤਨ ਕਰਦੇ ਨੇ। ਸੋ ਇਹ ਰਵਾਇਤੀ ਸਾਜ਼ ਸਨ, ਸਾਡੇ ਗੁਰਮਤ ਦੇ ਸਾਜ਼ ਸਨ। ਸਤਿਗੁਰੂ ਮਹਾਰਾਜ ਜੀ ਨੇ ਭਾਈ ਗੁਰਬਖਸ਼ ਜਿਹੜੇ ਮਸੰਦ ਸਨ ਜੌਨਪੁਰ ਦੀ ਸੰਗਤ ਦੇ, ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਫਿਰ ਉਹਨਾਂ ਨੂੰ ਬਖਸ਼ਿਸ਼ ਕੀਤੀ। ਮਹਾਰਾਜ ਜੀ ਨੇ ਬਦਾਮੀ ਰੰਗ ਦਾ ਜਿਹੜਾ ਸੀ ਇੱਕ ਬਹੁਤ ਕੀਮਤੀ ਚੋਲਾ ਦਿੱਤਾ, ਮਿਰਦੰਗ ਬਖਸ਼ਿਸ਼ ਕੀਤੀ, ਔਰ ਨਾਲ ਸਤਿਗੁਰੂ ਮਹਾਰਾਜ ਜੀ ਨੇ ਇਹ ਕਿਹਾ, ਕਹਿਣ ਲੱਗੇ ਕਿ ਤੁਹਾਡੇ ਘਰ ਦੇ ਵਿੱਚ ਹਮੇਸ਼ਾ ਕੀਰਤਨ ਦੀ ਦਾਤ ਰਹੇਗੀ। ਮਹਾਰਾਜ ਜੀ ਪਾਵਨ ਬਾਣੀ ਦੇ ਵਿੱਚ ਬਖਸ਼ਿਸ਼ ਕਰਦੇ ਨੇ, ਜਿੰਦਾ ਘਰ ਦੇ ਵਿੱਚ ਕੀਰਤਨ ਹੈ ਸਮਝੋ ਗੁਰੂ ਨਾਨਕ ਦਾ ਉਸ ਘਰ ਦੇ ਵਿੱਚ ਵਾਸਾ ਹੈ। ਵੱਡੇ ਭਾਗ ਹਰ ਕੀਰਤਨ ਗਾਈ, ਪਾਰ ਬ੍ਰਹਮ ਤੂੰ ਦੇਹ ਤਾਂ ਪਾਈ। ਜੇ ਕੀਰਤਨ ਦੀ ਦਾਤ ਕਿਸੇ ਨੂੰ ਮਿਲੀ ਤੇ ਸਤਿਗੁਰੂ ਮਹਾਰਾਜ ਕਹਿੰਦੇ ਉਹ ਰੱਬ ਨੇ ਆਪ ਖੁਸ਼ ਹੋ ਕਰਕੇ ਤਰੁੱਠ ਕਰਕੇ ਉਹਨੂੰ ਕੀਰਤਨ ਦੀ ਦਾਤ ਦਿੱਤੀ। ਗੁਰਬਾਣੀ ਕੀਰਤਨੀਆਂ ਦੇ ਤਾਂ ਦੇਖੋ ਭਾਗ ਚੰਗੇ ਨੇ। ਸਤਿਗੁਰੂ ਮਹਾਰਾਜ ਗੁਰੂ ਨਾਨਕ ਦੇਵ ਮਹਾਰਾਜ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੱਕ ਬਹੁਤ ਸਾਰੇ ਸਤਿਗੁਰੂ ਮਹਾਰਾਜ ਜੀ ਦੇ ਸ਼ਸਤਰ, ਸਤਿਗੁਰੂ ਮਹਾਰਾਜ ਜੀ ਦੇ ਬਸਤਰ, ਸਤਿਗੁਰੂ ਮਹਾਰਾਜ ਜੀ ਦਾ ਚੋਲਾ, ਸਤਿਗੁਰੂ ਮਹਾਰਾਜ ਜੀ ਦਾ ਜੋੜਾ, ਦਸਤਾਰ, ਬਹੁਤ ਸਾਰੇ ਅਸਥਾਨ ਨੇ ਜਿੱਥੇ ਸਤਿਗੁਰੂ ਮਹਾਰਾਜ ਜੀ ਦੇ, ਜਿਨ੍ਹਾਂ ਨੂੰ ਮਹਾਰਾਜ ਜੀ ਦੀ ਸ਼ੋਭ ਪ੍ਰਾਪਤ ਸੀ ਜਾਂ ਸਤਿਗੁਰੂ ਦੇ ਤਨ ਦੇ ਉੱਤੇ ਇਹ ਜਿਹੜੇ ਸਨ ਸ਼ਸਤਰ ਬਸਤਰ ਸੋਭਦੇ ਸਨ, ਉਹ ਅੱਜ ਅਸੀਂ ਉਹਨਾਂ ਦੇ ਦਰਸ਼ਨ ਕਰਦੇ। ਪਰ ਸਾਡੇ ਅੰਦਰ ਇਹ ਹਿੰਮਤ ਥੋੜ੍ਹੀ ਹੁੰਦੀ ਹੈ ਕਿ ਅਸੀਂ ਉਹਨਾਂ ਨੂੰ ਆਪਣੇ ਤਨ ਦੇ ਉੱਤੇ ਪਹਿਨੀਏ। ਪਰ ਜੋ ਬਾਣੀ ਗੁਰੂ ਨਾਨਕ ਤੇ ਮਹਾਰਾਜ ਨੇ ਜਿਸ ਤਰ੍ਹਾਂ ਗਾਈ, ਜਿਵੇਂ ਗਾਈ, ਅੱਜ ਉਸੇ ਤਰ੍ਹਾਂ ਕੋਈ ਵੀ ਕੀਰਤਨੀਆ ਜਿਹੜਾ ਹੈ ਉਸ ਬਾਣੀ ਨੂੰ ਗਾ ਸਕਦਾ ਹੈ। ਅਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ, ਕਹੋ ਨਾਨਕ ਸੁਨ ਰੇ ਮਨਾ, ਕਰ ਕੀਰਤਨ ਹੋਏ ਉਦਾਰ। ਸਤਿਗੁਰੂ ਮਹਾਰਾਜ ਕਹਿੰਦੇ ਜੇ ਬਾਣੀ ਪੜ੍ਹੋਗੇ, ਕੀਰਤਨ ਕਰੋਗੇ, ਸਤਿਗੁਰੂ ਮਹਾਰਾਜ ਕਹਿੰਦੇ ਇਹਦੇ ਨਾਲ ਜੀਵਨ ਸਫਲਾ ਹੋਏਗਾ। ਕਹੋ ਨਾਨਕ ਸੁਨ ਰੇ ਮਨਾ, ਕਰ ਕੀਰਤਨ ਹੋਏ ਉਧਾਰ। ਕਥਾ ਕੀਰਤਨ ਸੁਖਦਾਈ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਫਿਰ ਇਹ ਹੁਕਮ ਕੀਤਾ। ਮਹਾਰਾਜ ਕਹਿੰਦੇ ਨੇ ਕਿ ਭਾਈ ਗੁਰਬਖਸ਼ ਜੀ, ਆਪ ਜੀ ਕੀਰਤਨ ਬੜੇ ਪ੍ਰੇਮ ਨਾਲ ਕੀਤਾ, ਆਪ ਹੁਣ ਅੱਜ ਤੋਂ ਬਾਅਦ ਰਬਾਬ ਦੇ ਨਾਲ ਕੀਰਤਨ ਕਰਨਾ। ਸਤਿਗੁਰੂ ਮਹਾਰਾਜ ਜੀ ਦੀ ਫਿਰ ਇਸ ਸੰਗਤ ਨੂੰ ਜਿਹੜਾ ਸੀ ਮਿਰਦੰਗ ਵਾਲੀ ਸੰਗਤ ਕਰਕੇ ਜਿਹੜਾ ਸੀ ਉਹ ਮਸ਼ਹੂਰ ਹੋਏ ਕਿ ਮਿਰਦੰਗ ਦੀ ਸੰਗਤ, ਮਰਦੰਗ ਦੇ ਨਾਲ ਜੌਨਪੁਰ ਦੀ ਸੰਗਤ ਨੇ ਕੀਰਤਨ ਕਰਨਾ। ਸੋ ਇਹ ਗੁਰੂ ਕਾ ਇਤਿਹਾਸ, ਗੁਰੂ ਕੇ ਸਾਜ਼, ਗੁਰੂ ਕੀਆਂ ਰਵਾਇਤਾਂ, ਗੁਰੂ ਕੀ ਬਖਸ਼ਿਸ਼ ਜਿਹੜੀ ਹੈ ਉਹ ਸਤਿਗੁਰੂ ਮਹਾਰਾਜ ਜੀ ਦੇ ਬਚਨਾਂ 'ਚੋਂ, ਉਹਨਾਂ ਦੇ ਇਤਿਹਾਸ 'ਚੋਂ ਸਾਨੂੰ ਪ੍ਰਾਪਤ ਹੁੰਦੀ ਹੈ। ਗੁਰੂ ਕਿਰਪਾ ਕਰੇ। ਅਰਦਾਸ ਰੋਜ਼ਾਨਾ ਕਰੋ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਆਪ ਕਿਰਪਾ ਕਰੋ। ਜਗਤ ਜਲੰਦਾ ਰੱਖ ਲੈ, ਆਪਣੀ ਕਿਰਪਾ ਤਾਰ, ਜਿਤ ਦੁਆਰੇ ਉਭਰੇ, ਤਿੱਤੇ ਲਿਹੋ ਉਬਾਰ। ਗੁਰੂ ਬਖਸ਼ਿਸ਼ ਕਰੇ ਜੀ, ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇਗ ਬਹਾਦਰ ਸਿਮਰਿਐ, ਕਰ ਨਾਉ ਨਿਤ ਆਵੈ ਤਾਏ। ਤੇਗ ਬਹਾਦਰ ਸਿਮਰਿਐ, ਕਰ ਨਾਉ ਨਿਤ